ਹੈਲੋ ਸਟੂਡੈਂਟ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਉਮੀਦ ਕਰਦਾ ਵਧੀਆ ਹੋਵੋਗੇ, ਪੜ੍ਹਾਈਆਂ ਵਧੀਆ ਚੱਲ ਰਹੀਆਂ ਹੋਣਗੀਆਂ। ਇੰਗਲਿਸ਼ ਦਾ 8th ਕਲਾਸ ਦਾ ਸੈਂਪਲ ਪੇਪਰ ਪੂਰਾ ਸੋਲਵ ਕਰਕੇ ਲੈ ਆਏ ਹਾਂ। ਥੋੜ੍ਹਾ ਜਿਹਾ ਟਾਈਮ ਲੱਗਾ ਸਾਨੂੰ ਸੋਲਵ ਕਰਨ 'ਚ, ਪਰ ਸਾਰਾ ਹੀ ਸੋਲਵ ਕਰ ਲਿਆ ਹੈ ਅਤੇ ਹੁਣ ਤੁਹਾਨੂੰ ਸਾਰਾ ਕਰਵਾ ਦਾਂਗੇ। ਸੋ ਫਸਟ ਆਫ ਆਲ 80 ਨੰਬਰ ਦਾ ਤੁਹਾਡਾ ਪੇਪਰ ਆ, ਅਤੇ ਫਸਟ ਆਫ ਆਲ ਤੁਹਾਡੇ ਕੋਲ ਹੈਗਾ ਆ ਇੱਕ ਪੈਰਾ ਪੜ੍ਹ ਕੇ ਜਿਹਨੂੰ ਤੁਸੀਂ ਆਨਸਰ ਦੇਣਾ ਆ। ਸੋ ਜੇਕਰ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲੈਣਾ। ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਇਸ ਪੇਪਰ ਨੂੰ ਬਿਨਾਂ ਕਿਸੇ ਦੇਰੀ ਦੇ। ਪਹਿਲਾ ਕੁਐਸਚਨ ਹੈ, ਵੇਅਰ ਇਜ਼ ਦਾ ਵੈਲੀ ਆਫ ਦਾ ਫਲਾਵਰ ਲੋਕੇਟਡ। ਸੋ ਤੁਸੀਂ ਦੇਖੋ ਪੈਰੇ ਦੇ ਵਿੱਚ ਇੱਥੇ ਕਿਤੇ ਲਾਈਨ ਲਿਖੀ ਆ ਦੇਖੋ, ਦ ਵੈਲੀ ਇਜ਼ ਲੋਕੇਟਡ ਐਟ ਦ ਐਨ ਐਲਟੀਟਿਊਡ ਆਫ ਇੰਨੇ ਮੀਟਰ ਅਬਵ ਦਾ ਸੀ ਲੈਵਲ ਇਜ਼ ਦਾ ਫੇਮਸ। ਦੇਖੋ ਉੱਤਰਾਖੰਡ ਦੀ ਇਹ ਜਗ੍ਹਾ ਦੀ ਗੱਲ ਕੀਤੀ ਗਈ ਹੈ। ਸੋ ਆਪਾਂ ਤੁਸੀਂ ਇੱਥੇ ਲਿਖੋਗੇ ਜਿਹੜੀ ਫਸਟ ਆਪਸ਼ਨ ਹੈ ਉਹ ਰਾਈਟ ਆ ਜਾਏਗੀ ਇਹਦੇ ਵਿੱਚ। ਸੈਕਿੰਡ ਦੇਖੋ, ਡੈਸ਼ ਇਜ਼ ਦਾ ਬੇਸ ਕੈਂਪ ਫੋਰ ਦਾ ਟ੍ਰੀਕ ਆਫ ਦਾ ਟੂ ਦਾ ਵਿਲੇਜ ਆਫ ਫਲਾਵਰ। ਠੀਕ ਹੈ, ਸੋ ਇਹਦਾ ਵੀ ਆਨਸਰ ਮੈਂ ਤੁਹਾਨੂੰ ਦਿਖਾ ਦਵਾਂ, ਪੈਰੇ ਦੇ ਵਿੱਚ ਹੀ ਮਿਲਨੇ ਸਾਰੇ ਆਨਸਰ ਤਾਂ ਵੈਸੇ। ਅਤੇ ਇਹਦਾ ਜਿਹੜਾ ਤੁਹਾਡਾ ਆਨਸਰ ਆ ਜੀ, ਇਹ ਦੇਖੋ ਕਿੱਥੇ ਗਿਆ, ਲੱਭੋਗੇ ਤੁਹਾਨੂੰ ਸਾਰਾ ਕੁਛ ਮਿਲ ਜਾਣਾ ਆ। ਕਿ ਇਹਦਾ ਆਨਸਰ ਦੇਖੋ ਕਿੱਥੇ ਆ, ਕੁਐਸਚਨ ਦੁਬਾਰਾ ਪੜ੍ਹ ਲਓ। ਡੈਸ਼ ਇਜ਼ ਦਾ ਬੇਸ ਕੈਂਪ ਆਫ ਦਾ ਵੈਲੀ ਫਲਾਵਰ। ਤਾਂ ਦ ਵੈਲੀ ਫਲਾਵਰ ਸਾਹਮਣੇ ਲਿਖਿਆ, ਦ ਬੇਸ ਕੈਂਪ ਫੋਰ ਦਾ ਟ੍ਰੀਕ ਆਫ ਦਾ ਟੂ ਦਾ ਵੈਲੀ ਆਫ 30 ਕਿਲੋਮੀਟਰ ਆ ਕੇ ਲਿਖਿਆ ਆ। ਜੋ ਸ਼ਬਦ ਲਿਖਿਆ ਆ ਗੰਗਾਰੀਆ, ਇਹ ਇਸ ਦਾ ਆਨਸਰ ਆ ਜਾਣਾ, ਜੋ ਕਿ ਆਪਸ਼ਨ ਨੰਬਰ ਬੀ ਦੇ ਵਿੱਚ ਹੈ। ਫਿਰ ਹੈਗਾ ਆਪਣੇ ਕੋਲ ਕਹਿੰਦਾ ਨੇਮ ਸਮ ਫਲਾਵਰ ਫਾਊਂਡ ਇਨ ਦਾ ਵੈਲੀ ਦੇ ਵਿੱਚ ਜਿਹੜੇ ਸਾਨੂੰ ਫਲਾਵਰਸ ਦਿਖਣ ਨੂੰ ਮਿਲਦੇ ਉਹਨਾਂ ਦੇ ਬਾਰੇ ਲਿਖਣਾ ਹੈ। ਸੋ ਦੇਖੋ ਤੁਹਾਨੂੰ ਜਿਹੜਾ ਇਹਦਾ ਆਨਸਰ ਆ ਕਿੱਥੇ ਆ, ਵੈਲੀ ਦੇ ਵਿੱਚ ਜਿਹੜੇ ਫਲਾਵਰਸ ਆ, ਦਾ ਬ੍ਰਹਮ ਕਲਾ, ਦਾ ਬਲੂ ਪੋਪੀ ਐਂਡ ਦਾ ਕੋਬਰਾ ਲੀਲੀ। ਸੋ ਇਹ ਜਿਹੜਾ ਆਨਸਰ ਹੈ ਤੁਹਾਡੇ ਕੋਲ ਆਹ ਵਾਲੀ ਡੀ ਆਪਸ਼ਨ 'ਚ ਹੈ, ਬ੍ਰਹਮ ਕਲਾ, ਦਾ ਬਲੂ ਪੋਪੀ ਐਂਡ ਦਾ ਕੋਬਰਾ ਲੀਲੀ। ਫਿਰ ਹੈਗਾ ਆ ਵਿਚ ਇਜ਼ ਦਾ ਬੈਸਟ ਟਾਈਮ ਟੂ ਵਿਜ਼ਿਟ ਦਾ ਪਲੇਸ ਨੂੰ ਵਿਜ਼ਿਟ ਕਰਨ ਦਾ ਸਭ ਤੋਂ ਵਧੀਆ ਟਾਈਮ ਕਿਹੜਾ ਹੈ, ਜਿਹੜਾ ਮਹੀਨਾ ਇੱਥੇ ਆਏਗਾ ਉਹੀ ਆਏਗਾ। ਤਾਂ ਇੱਥੇ ਹੈਗਾ ਆ ਜੂਨ, ਜੁਲਾਈ ਅਤੇ ਮਿਡ ਆਫ ਅਗਸਤ, ਇਹ ਸਹੀ ਟਾਈਮ ਹੈ ਆਉਣ ਦਾ, ਅਤੇ ਅਕਤੂਬਰ ਦੇ ਵਿੱਚ ਇਹ ਕਲੋਜ਼ ਹੋ ਜਾਂਦੇ ਆ। ਠੀਕ ਆ, ਸੋ ਆਪਣੇ ਕੋਲ ਇੱਥੇ ਆ ਗਈ ਗੱਲ ਜੂਨ, ਜੁਲਾਈ, ਅਗਸਤ, ਯਾਨੀ ਕਿ ਇਹ ਆਪਸ਼ਨ। ਲਾਸਟ ਹੈ ਆਪਣੇ ਕੋਲ ਵੈਲੀ ਕਦੋਂ ਕਲੋਜ਼ ਹੁੰਦੀ ਆ, ਹੁਣੇ ਅਸੀਂ ਪੜ੍ਹਿਆ ਅਕਤੂਬਰ ਵਾਲੀ ਵਿੱਚ। ਠੀਕ ਆ, ਹੁਣ ਆ ਜਾਓ ਆਪਣੇ ਕੋਲ ਸੈਕਿੰਡ ਆ, ਪੜ੍ਹ ਕੇ ਤੁਸੀਂ ਇਹਨੂੰ ਉੱਤਰ ਦੇਣਾ ਆ ਜਿਹੜੇ ਪ੍ਰਸ਼ਨਾਂ ਦੇ। ਉਹ ਹੈਗਾ ਆ ਇੱਕ, ਬਲਾਈਂਡ ਬ੍ਰਿੰਗ ਲਾਈਟ ਇਨ ਦਾ ਡਾਰਕ ਵਰਲਡ ਆਫ ਦਾ ਬਲਾਈਂਡ। ਸੋ ਇਹਦੇ ਉੱਤੇ ਪੋਸਟਰ ਬੇਸਡ ਹੈ, ਇਹਨੂੰ ਤੁਸੀਂ ਪੜ੍ਹ ਕੇ ਆਨਸਰ ਕਰੋਗੇ। ਸੋ ਜੇ ਤੁਹਾਨੂੰ ਚੰਗੀ ਤਰ੍ਹਾਂ ਪੋਸਟਰ ਨੂੰ ਇੱਕ ਵਾਰੀ ਸਾਰਾ ਪੜ੍ਹ ਲਓਗੇ ਤੁਹਾਨੂੰ ਆਨਸਰ ਮਿਲ ਜਾਣਗੇ। ਪਹਿਲਾ ਤੁਹਾਡੇ ਕੋਲ ਆ ਜਾਣਾ ਆਪਣੇ ਕੋਲ। ਸੋ ਫਸਟ ਜਿਹੜਾ ਆ ਕਹਿੰਦਾ ਵਟ ਇਜ਼ ਦਾ ਥੀਮ ਆਫ ਦਾ ਪੋਸਟਰ, ਹੈਗਾ ਆਈ ਡੋਨੇਸ਼ਨ। ਸੈਕਿੰਡ ਹੈਗਾ ਹੂ ਕੈਨ ਡੋਨੇਟ ਆਈਜ਼, ਐਨੀ ਵਨ ਇਜ਼ ਦਾ ਆਨਸਰ ਆ ਜਾਣਾ। ਥਰਡ ਹੈਗਾ ਦਾ ਗਿਵਨ ਪੋਸਟਰ ਹੈਜ਼ ਬੀਨ ਇਸ਼ੂਡ ਬਾਏ ਨੈਸ਼ਨਲ ਪ੍ਰੋਗਰਾਮ ਫੋਰ ਕੰਟਰੋਲ ਆਫ ਬਲਾਈਂਡ। ਨੈਸ਼ਨਲ ਪ੍ਰੋਗਰਾਮ ਫੋਰ ਕੰਟਰੋਲ ਆਫ ਬਲਾਈਂਡਨੈਸ ਵੀ ਲਿਖਿਆ ਹੈ। ਠੀਕ ਹੈ, ਸੋ ਆ ਫਸਟ ਆਪਸ਼ਨ ਹੀ ਆ। ਫਿਰ ਹੈਗਾ ਕਿ ਫੋਰਥ ਕਹਿੰਦਾ ਆਫਟਰ ਟੇਕਿੰਗ ਪਲੈਜ ਐਂਡ ਓਬਟੇਨਿੰਗ ਦਾ ਕੰਸੈਂਟ ਆਫ ਦਾ ਫੈਮਿਲੀ ਵਨ ਸ਼ੁੱਡ ਇਨਫੋਰਮ ਹਿਮ ਦਾ ਨੀਅਰੈਸਟ। ਆਨਸਰ ਇਹਦਾ ਤੁਸੀਂ ਇੱਥੇ ਆ ਜਾਓ, ਸੈਕਿੰਡ ਪੇਜ 'ਤੇ ਆ ਜਾਣਾ ਆ, ਕਿੱਧਰ ਗਿਆ, ਹਾਂ ਆਈ ਬੈਂਕ। ਮੈਨੂੰ ਆਨਸਰ ਕਿੱਥੋਂ ਮਿਲਿਆ, ਪੋਸਟਰ ਪੜ੍ਹ ਕੇ। ਤਾਂ ਹੀ ਮੈਂ ਕਿਹਾ ਤੁਸੀਂ ਆਪ ਪੋਸਟਰ ਪੜ੍ਹੋਗੇ ਤੁਹਾਨੂੰ ਜ਼ਿਆਦਾ ਕਲੈਰਿਟੀ ਹੋਏਗੀ। ਹਾਊ ਕੈਨ ਕਰਨੀਅਲ ਬਲਾਈਂਡਨੈਸ ਬੀ ਕਿਉਰਡ, ਤਾਂ ਇਹਦਾ ਆ ਜਾਣਾ ਆ ਬਾਏ ਕੋਰਨੀਅਲ ਗ੍ਰਾਫਟਿੰਗ ਫਰੋਮ ਦਾ ਡੋਨੇਟਡ ਆਈਜ਼। ਥਰਡ ਆ ਜਾਓ ਆਪਣੇ ਕੋਲ ਇੱਕ ਪੈਰਾ ਆ ਕਨਵਰਸੇਸ਼ਨ ਦਾ, ਜਿਹਦੇ ਵਿੱਚ ਕਹਿੰਦੇ ਕੌਣ ਆ, ਫਾਦਰ ਹੈ, ਰਾਘਵ ਹੈ। ਸੋ ਆਪਾਂ ਪਹਿਲੇ ਕੁਐਸਚਨ ਪੜ੍ਹਾਂਗੇ ਨਾਲ ਕਰਵਾਉਂਗੇ। ਕਹਿੰਦਾ ਕਨਵਰਸੇਸ਼ਨ ਇਜ਼ ਬਿਟਵੀਨ ਫਾਦਰ ਐਂਡ ਸਨ, ਮਿਲ ਗਿਆ ਪਹਿਲੇ ਦਾ ਆਨਸਰ। ਕੌਣ ਆ, ਹੂ ਹੈਜ਼ ਫੇਲਡ ਇਨ ਦਾ ਐਗਜ਼ਾਮੀਨੇਸ਼ਨ। ਸੋ ਆ ਦੇਖੋ ਫਾਦਰ ਕਹਿੰਦਾ ਆਈ ਐਮ ਸੋਰੀ ਟੂ ਹੇਅਰ ਯੂ ਹੈਵ ਫੇਲਡ ਇਨ ਦਾ ਐਗਜ਼ਾਮੀਨੇਸ਼ਨ। ਰਾਘਵ ਸੋ ਐਮ ਮਾਈ ਫਾਦਰ, ਇਟ ਵਾਜ਼ ਜਸਟ ਮਾਈ ਬੈਡ ਲੱਕ। ਸੋ ਫੇਲ ਕੌਣ ਹੋਇਆ ਹੈ, ਰਾਘਵ ਫੇਲ ਹੋਇਆ ਆ। ਠੀਕ ਹੈ ਜੀ, ਹਾਂਜੀ। ਸੋ ਯੂ ਥਿੰਕ ਡੈਟ ਟੂ ਪਾਸ ਔਰ ਫੇਲ ਐਨ ਐਗਜ਼ਾਮੀਨੇਸ਼ਨ ਇਜ਼ ਅ ਮੈਟਰ ਆਫ ਗੁੱਡ ਔਰ ਬੈਡ ਲੱਕ। ਸੋ ਸੈਕਿੰਡ ਦਾ ਆਨਸਰ ਤੁਹਾਨੂੰ ਮਿਲ ਗਿਆ ਨਾ, ਰਾਘਵ ਹੈ। ਥਰਡ ਹੈਗਾ ਆ ਹੂ ਇਜ਼ ਆਫ ਦਾ ਓਪੀਨੀਅਨ ਡੈਟ ਨਥਿੰਗ ਹੈਪਨ ਬਾਏ ਚਾਂਸ। ਓਪੀਨੀਅਨ ਵਾਲੀ ਦੇਖੋ ਜੀ ਗੱਲ ਜਿਹੜੀ ਕਹਿੰਦੇ ਕਿ ਔਰ ਦੇਖੋ ਤਾਂ ਪੜ੍ਹਦੇ ਹਾਂ,
इनफ साइंस टू नो डैट नथिंग हैपन बाय चांस। राघव कहता वेल आई डोंट नो सम पीपल सीम टू बी अदर लकी और अनलकी वन ऑफ द अनलकी वन। सो फादर कहता यू टॉक नॉन सेंस मोस्ट ऑफ द पीपल हु आर कॉल्ड लकी हैव गुड फॉर्चून बिकॉज दे वर्कड सो कॉल्ड अनलकी बिकॉज पीपल ये है। सो अपने कोल क्वेश्चन थर्ड का आंसर आएगा जी। सो ये जी गल है ना पिता ने समझाई है अपने राघव न। सो हिज फादर आ जाएगा ठीक है। फिर है गुड फॉर्चून इज़ द रिजल्ट ऑफ हार्ड वर्क। फिर है अकॉर्डिंग टू द फादर वाई हैड राघव फेल बिकॉज इट वॉज बैड लक नहीं क्योंकि वो लक को कुछ नहीं मानता ही। इट वॉज अनलकी नहीं ही वॉज अनलकी नहीं पर फोर्थ आ जाना ही हैड नो वर्कड हार्ड उन्हें मेहनत नहीं की होनी इस करके वो नंबर घट गए या नहीं आए। सैक्शन बी है 25 नंबर का। आओ हम इतों की क्वेश्चन देखते हैं तो करते हैं। सो ये रहा तुहाडे कोल जिहदे विच तुहानूं 3 क्वेश्चन करने ने। सो ये करते हैं पर उस तो पहले अपने कोल वर्ड भी नहीं गया। चलो पहले क्वेश्चन ही कर लेंगे हैं। मैं तुहानूं बिल्कुल ही नोट्स विचों करवाऊँगा ताकि तुहानूं बिल्कुल ईजी लगन। सो क्वेश्चन सीगा वट वाज द नरेटर ऑब्सैस्ड विद लेटेस्ट बैल कंप्यूटर। जे तुसीं इहदे वड्डे क्वेश्चन करने आ यानी कि मतलब लंबे फॉर्म विच करने आ वड्डे वड्डे वो तुसीं अपनी की करने आ उत्तों कर लेने आ कॉपी तो। मैं तुहानूं छोटे छोटे कराना पिया ताकि सारिਆਂ ਨੂੰ कर सकन ठीक है। नैक्सट वेरी इंपॉर्टेंट क्वेश्चन वेयर डिड द फार्मर हाइड हिज मदर। वेरी 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 इंपॉर्टेंट क्योंकि ये हर बार सैंपल पेपरों में आता है। सो इन कैबिन ठीक है। अगला हैगा हाउ डिड संदीप हैल्प द सेज गेव हिम वाटर। उन्हें वाटर दिता ही सेज नूं ते उहदी हैल्प की सी। नैक्सट आ गया अपने कोल वर्ड मीनिंग 4 नंबर के करने। डिनाई का की हुंदा आ मना करना ठीक है। अगला देखो अगला हैगा आ कहंदा सेंस फ्रिलिटी ट्रैवल का हुंदा आ यात्रा। फीचर हुंदा आ विशेषतावां ठीक है। फिर अपने को लिमिटेशन है लिमिटेशन का हुंदा सीमावां ठीक है। सीमावां ठीक है। सो तुसी इस प्रकार इन्होंने कर लेना। फिल इन दी ब्लैंक्स जो कि हैगा द सेज गिव अ पीस ऑफ डैश टू रमन। सो ये आ जाना स्टिक ठीक। फिर हैगा द फार्मर हैड डैश फील्ड 3 फील्ड जिदा इत्थे 3 लिखिया तो या 3 के स्पैलिंग इत्थे लिख देने ने। सेज मेड द ब्रदर प्रॉमिस डैट दे वुड हैल्प द डैश एंड द नीडी। द पुअर एंड द नीडी इज़ द राइट आंसर बन जाएगा अपने कोल। हुण मेक सेंटेंसिस आ इन्ना का काम तुसीं आप करना कि ये तुसीं आप कर लेने हैं मेक सेंटेंस। वैसे मैं तुहानूं दस दिंदा तुसीं किद्दां दे सेंटेंस बना सकदे। केयर ठीक है तो तुसीं लिख सकदे टेक केयर माई फ्रेंड डिसिपल। फिर अगर टेंगल्स द प्लास्टिक पॉलीथीन आर टेंगल्स इन द ट्री ठीक है। फिर लिख लेना तुसीं स्टोरेज दिस इज़ द स्टोरेज रूम ऑफ आवर हाउस सिंगल यूज़ दिस इंजैक्शन इज़ फॉर सिंगल यूज़ ओनली। फिर तुहाडे कोल हैगा आहा कहंदा लाइफ इज़ स्क्वायर विद इट्स ट्विस्ट एंड टर्न एज एवरी वन सम टाइम लर्न। सो कहंदा एंड मैनी फेलियर टर्न अबाउट वैन ही माइट हैव वॉन हैड ए। सो देखो ये केड़ा स्टैंजा आ। सो देख लो जी जो तुहाडे कोल सी ਉਹ ਕਿੱਥੋਂ ਆਇਆ ਸੀ ਉਹ ਆਇਆ ਸੀਗਾ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਆ ਚੈਪਟਰ ਡੋਂਟ ਕੁਇਟ ਦੀ ਵਾਲੀ ਪੋਇਮ ਚੋਂ ਠੀਕ। ਡੋਂਟ ਕੁਇਟ ਚੈਪਟਰ 5 ਜਿਹੜਾ ਤੁਹਾਡਾ ਪੋਇਮ ਆ ਉੱਥੋਂ। ਅਤੇ ਜਿਹੜੇ ਇਹਦੇ ਕੁਐਸਚਨ ਆ ਉਹ ਦੇਖੋ ਕਿੱਦਾਂ ਆ ਕਹਿੰਦਾ ਵਟ ਇਜ਼ ਲਾਈਫ ਫੁੱਲ ਆਫ ਚੇਂਜਿਸ ਠੀਕ ਆ। ਵਟ ਡਜ਼ ਐਵਰੀ ਵਨ ऑफ अस समटाइम्स लर्न लाइफ इज़ नॉट ईजी। सिनोनिम ऑफ स्ट्रेंज इन द स्टैंजा वो होंदा क्वार ठीक है QUER। तो मेन तुसीं याद की रख लेना कि पोइम केड़ी है डोंट क्विट ते ओहदा अपने कोल पोइट कौन है एडगर गैस्ट। ये जरूर याद रखियो तुहाडा उत्थे क्वेश्चन भी सीगा इस करके मैं इत्थे ही करवाता। सो तुसीं इत्थे देख सकदे हो तिन्ने ਉਹੀ क्वेश्चन उत्थे सीगे जिहड़े ਅਸੀਂ ਤੁਹਾਨੂੰ करवाए। हुण तुहाडे कोल इत्थे 2 क्वेश्चन करने आ। सो हुण करदे आ क्वेश्चन वट डज द अर्थ वांट फ्रॉम ह्यूमन बीइंग वट इज़ मीनड बाय फंड एंड लो ठीक है। फिर आपां ग्रामर करांगे पहले आ 2 क्वेश्चन कर लईए। क्वेश्चन हैगा आ वाला कि कहंदा वट डज द अर्थ वांट फ्रॉम ह्यूमन बीइंग। द अर्थ वांट ह्यूमन बीइंग टू चेंज देयर वे ऑफ लिविंग एंड सेव द अर्थ ठीक। इंपॉर्टेंट है याद कर लियो।
फिर आ वाला क्वेश्चन सीगा वट इज़ मीनड बाय फंड एंड लो, ठीक है। सो इट स्टैंड फॉर लैस इनकम एंड लैक ऑफ फाइनेंस, ठीक है, लैस इनकम लैक ऑफ फाइनेंस। ਅੱਜ ਵਕੈਬ ਤੇ ਕਹਿੰਦਾ ਆਪਣੇ ਕੋਲ ਕਿ ਗਿਵ 1 ਵਰਡ ਫॉर द ਫੋਲੋਇੰਗ ਵਰਡਸ, ਠੀਕ ਹੈ। ਇੱਥੇ ਆਪਣੇ ਕੋਲ ਜਗ੍ਹਾ ਵੀ ਹੈਗੀ, ਆਪਾਂ ਕਰਦੇ ਹਾਂ। ਆਰਟ ਆਫ ਬਿਊਟੀਫੁਲ ਹੈਂਡ ਰਾਈਟਿੰਗ, ਆਰਟ ਆਫ ਬਿਊਟੀਫੁਲ ਹੈਂਡ ਰਾਈਟਿੰਗ ਹੁੰਦੀ ਆਪਣੇ ਕੋਲ ਕੈਲੀਗ੍ਰਾਫੀ, ਠੀਕ ਹੈ, ਗ੍ਰਾਫੀ। ਨੈਕਸਟ ਹੈਗਾ ਆਪਣੇ ਕੋਲ ਅ ਪਰਸਨ ਹੂ ਈਟ ਟੂ ਮਚ, ਉਹਨੂੰ ਕਹਿੰਦੇ ਗਲਟਨ, GLUTTON, ਠੀਕ ਹੈ। ਅ ਗੇਮ ਇਨ ਵਿੱਚ ਨੋ ਵਨ ਵਿਨਸ, ਉਹਦਾ ਕੀ ਹੈ ਜਿਹੜਾ ਡਰੋ, DRAW ਵਾਲਾ ਡਰੋ, ਠੀਕ। ਫਿਰ ਹੈਗਾ ਆਪਣੇ ਕੋਲ ਕਹਿੰਦਾ ਪ੍ਰੀਫਿਕਸ ਲਗਾਓ ਇਹਨਾਂ ਦੇ, ਠੀਕ ਹੈ, ਅੱਗੇ। ਹੋਨੈਸਟ ਦਾ ਤੁਸੀਂ ਲਿਖ ਸਕਦੇ ਹੋ ਡਿਸਹੋਨੈਸਟ, ਠੀਕ। ਪੋਸੀਬਲ ਦਾ ਲਿਖ ਸਕਦੇ ਹੋ ਇੰਪੋਸੀਬਲ, ਪੋਸੀਬਲ। ਹੈਪਨਿੰਗ ਦਾ ਲਿਖ ਸਕਦੇ ਹੋ ਮਿਸ ਹੈਪਨਿੰਗ, ਮਿਸ ਹੈਪਨਿੰਗ, ਠੀਕ। ਸੋ ਇਸ ਤੋਂ ਬਾਅਦ ਆ ਜੋ ਕਰਦੇ ਹਾਂ ਆਪਣੇ ਕੋਲ ਨੈਕਸਟ ਕੀ ਆ, ਦੇਖੋ ਹਾਲੇ ਤੱਕ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ। ਗ੍ਰਾਮਰ ਸਭ ਤੋਂ ਮੇਨ ਆ ਤੁਹਾਡੇ ਲਈ, ਸੋ ਇਹਨੂੰ ਤਾਂ ਚੰਗੀ ਤਰ੍ਹਾਂ ਕਰਵਾਉਂਗੇ ਅਤੇ ਤੁਸੀਂ ਵੀ ਚੰਗੀ ਤਰ੍ਹਾਂ ਕਰੋਗੇ, ਠੀਕ ਹੈ। ਸ਼ੀ ਸਿੰਗ ਵੈਲ, ਚੇਂਜ ਇਨਟੂ ਇੰਟਰੋਗੇਟਿਵ, ਸੋ ਤੁਸੀਂ ਕੀ ਲਿਖੋਗੇ, ਤੁਸੀਂ ਲਿਖੋਗੇ ਡਜ਼ ਸ਼ੀ ਸਿੰਗ ਵੈਲ, ਡਜ਼ ਸ਼ੀ ਸਿੰਗ ਵੈਲ, ਅਤੇ ਨਾਲ ਪਾ ਦੂੰਗੇ ਕੁਐਸਚਨ ਮਾਰਕ। ਜਾਂ ਤੁਸੀਂ ਕਿਉਂਕਿ ਉਹਨੇ ਕਿਹਾ ਸ਼ੀ ਸਿੰਗਸ ਵੈਲ, ਉਹਨਾਂ ਨੇ ਇੰਟਰੋਗੇਟਿਵ ਵਿੱਚ ਕਿਹਾ ਸੋ ਇਹ, ਠੀਕ ਆ। ਸੈਕਿੰਡ ਹੈਗਾ ਵਟ ਅ ਲਵਲੀ ਸੀਨ, ਇਹਨੂੰ ਅਜ਼ਰਟਿਵ ਵਿੱਚ ਕਰਨਾ ਹੈ, ਸੋ ਤੁਸੀਂ ਇਹਦਾ ਕੀ ਲਿਖ ਸਕਦੇ ਹੋ, ਇਟ ਇਜ਼ ਅ ਵੈਰੀ ਲਵਲੀ ਸੀਨ, ਠੀਕ ਆ, ਜਿੱਦਾਂ ਕੁਐਸਚਨ ਦੇ ਵਿੱਚ ਲਿਖਿਆ ਉੱਦਾਂ। ਥਰਡ 'ਤੇ ਆ ਜਾਓ ਡੈਸ਼ ਬੁੱਕ ਇਜ਼ ਮਾਈਨ ਐਂਡ ਡੈਸ਼ ਇਜ਼ ਯੋਰ, ਸੋ ਫਸਟ ਫਿਲਅਪ 'ਚ ਆ ਜਾਣਾ ਦਿਸ ਬੁੱਕ ਇਜ਼ ਮਾਈਨ ਐਂਡ ਦਿਸ ਬੁੱਕ ਇਜ਼ ਯੋਰ, ਦੇਖੋ ਸਹੀ ਲਿਖਿਆ ਮੈਂ, ਸੋ ਨਹੀਂ ਦਿਸ ਬੁੱਕ ਇਜ਼ ਮਾਈਨ ਡੈਟ ਬੁੱਕ ਇਜ਼ ਯੋਰ, ਇਹ ਆਉਣਾ, ਠੀਕ ਹੈ। ਇੱਦਾਂ ਗਲਤੀਆਂ ਪਛਾਣ ਲੈਣੀਆਂ, ਜਿੱਥੇ ਮਾੜੀ ਜਿਹੀ ਮਿਸਟੇਕ ਤੁਹਾਨੂੰ ਸ਼ੱਕ ਪੈ ਜੇ ਉੱਥੇ ਗਲਤੀ ਆਪਣੀ ਦੇਖ ਲਿਓ। ਸ਼ੀ ਇਜ਼ ਡੈਸ਼ ਵੈਰੀ ਗੁੱਡ ਪਲੇਅਰ, ਸੋ ਇਹ ਵੈਰੀ ਗੁੱਡ ਪਲੇਅਰ, ਠੀਕ ਆ। ਹੀ ਹੈਜ਼ ਡੈਸ਼ ਮਨੀ, ਮਚ ਮਨੀ, ਠੀਕ ਆ, ਮਨੀ ਕਿੰਨੀ ਆ, ਮਚ ਆ। ਫਿਰ ਹੈਗਾ ਬਿਆਸ ਫਲੋ ਇਨ ਦਾ ਪੰਜਾਬ, ਇਨ ਪੰਜਾਬ ਹੈ ਨਾ, ਸੋ ਇਹਨੂੰ ਤੁਸੀਂ ਲਿਖੋਗੇ ਦਾ ਬਿਆਸ, ਕਿਉਂਕਿ ਬਿਆਸ ਦੇ ਨਾਲ ਲੱਗੂਗਾ ਫਲੋਜ਼ ਇਨ ਦਾ ਪੰਜਾਬ, ਕਿਉਂਕਿ ਪੰਜਾਬੀ ਇੱਕ ਉਹ ਹੈ ਨਾ ਮਤਲਬ ਸਪੈਸ਼ਲ ਜਗ੍ਹਾ, ਅਤੇ ਇਹਨਾਂ ਦੇ ਨਾਲ ਕੀ ਲੱਗਦਾ, ਯੂਨੀਕ ਚੀਜ਼ਾਂ ਦੇ ਨਾਲ ਦਾ ਲੱਗਦਾ, ਸੋ ਇੱਥੇ ਦਾ ਆ ਗਿਆ ਆਪਣੇ ਕੋਲ। ਫਿਰ ਹੈਗਾ ਆਪਣੇ ਕੋਲ ਨੈਕਸਟ ਕਹਿੰਦਾ ਰਾਧਿਕਾ ਇਜ਼ ਰੀਡਿੰਗ ਦਾ ਨਿਊਜ਼ਪੇਪਰ, ਪਿਕ ਆਊਟ ਦਾ ਮੇਨ ਵਰਬ, ਸੋ ਮੇਨ ਵਰਬ ਆਪਣੇ ਕੋਲ ਕੀ ਆ, ਇਜ਼ ਰੀਡਿੰਗ, ਠੀਕ ਆ, ਇਜ਼ ਰੀਡਿੰਗ। ਅਗਲਾ ਆ ਜੋ ਕਹਿੰਦਾ ਦਾ ਪੁਲਿਸ ਮੈਨ ਅਰੈਸਟਡ ਦਾ ਥੀ, ਫਿਰ ਦੱਸਣਾ ਤੁਸੀਂ ਸੈਂਟੈਂਸ ਕੀ ਆ, ਟ੍ਰਾਂਸਟਿਵ ਜਾਂ ਇਨਟ੍ਰਾਂਸਟਿਵ ਆ। ਦੇਖੋ ਟ੍ਰਾਂਸਟਿਵ ਅਤੇ ਇਨਟ੍ਰਾਂਸਟਿਵ 'ਚ ਕੀ ਆ, ਟ੍ਰਾਂਸਟਿਵ ਦੇ ਵਿੱਚ ਸਿੱਧੀ ਜਿਹੀ ਗੱਲ ਆ, ਦੋ ਚੀਜ਼ਾਂ ਹੋਣੀਆਂ, ਟ੍ਰਾਂਸਟਿਵ 'ਚ ਦੋ ਚੀਜ਼ਾਂ ਹੋਣੀਆਂ, ਕਿ ਵਰਕ ਯਾਨੀ ਕਿ ਕੀਤਾ ਜਾਣ ਵਾਲਾ ਕੰਮ, ਅਤੇ ਦੂਜਾ ਹੋਣਾ ਚਾਹੀਦਾ ਆ ਵਰਕਰ, ਠੀਕ ਆ, ਯਾਨੀ ਕਿ ਜਿਹਨੇ ਕੰਮ ਕੀਤਾ ਆ। ਹੁਣ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਅਰੈਸਟ ਕੀਤਾ ਹੈ ਚੋਰ ਨੂੰ, ਯਾਨੀ ਕਿ ਵਰਕਰ ਕੌਣ ਆ, ਪੁਲਿਸ, ਅਰੈਸਟਡ ਕੀ ਆ ਉਹਨਾਂ ਦਾ ਕੰਮ, ਯਾਨੀ ਕਿ ਦੋਨੋਂ ਚੀਜ਼ਾਂ ਮੌਜੂਦ ਹੈ, ਸੋ ਇਹ ਕੀ ਹੈ ਇੱਕ ਟ੍ਰਾਂਸਟਿਵ। ਗੋਲਡ ਇਜ਼ ਡੈਸ਼ ਐਕਸਪੈਂਸਿਵ ਡੈਟ ਸਿਲਵਰ, ਸੋ ਇਟ ਇਜ਼ ਮੋਰ ਐਕਸਪੈਂਸਿਵ ਦੈਨ ਸਿਲਵਰ। ਦਸਵਾਂ ਦੇਖੋ ਹੀ ਇਜ਼ ਵੈਰੀ ਇਲ, ਹੀ ਕਾਂਟ ਈਟ ਐਨੀਥਿੰਗ, ਸੋ ਆ ਜਾਏਗਾ ਟੂ ਦੀ ਵਰਤੋਂ ਕਰਨੀ, ਤਾਂ ਤੁਸੀਂ ਲਿਖੋਗੇ ਹੀ ਇਜ਼ TOO, ਹੀ ਇਜ਼ ਵੈਰੀ ਕੱਟ ਕੇ ਲਿਖ ਦੂੰਗੇ ਟੂ ਇਲ ਟੂ ਈਟ ਐਨੀਥਿੰਗ, ਠੀਕ ਆ, ਈਟ ਐਨੀਥਿੰਗ, ਇਹ ਹੀ ਕੈਨ ਕੱਟ ਹੋ ਜਾਏਗਾ ਆਪਣੇ ਕੋਲ। 11ਵਾਂ ਹੈਗਾ ਸਵੀਮਿੰਗ ਇਜ਼ ਅ ਗੁੱਡ ਐਕਸਰਸਾਈਜ਼, ਅੰਡਰਲਾਈਨ ਕਰਨਾ ਜੈਰਨ, ਸੋ ਆਪਣੇ ਕੋਲ ਕੀ ਆ ਜਾਣਾ ਆ, ਸਵੀਮਿੰਗ ਆ ਜਾਣਾ ਆਪਣੇ ਕੋਲ ਜੈਰਨ। ਲਾਸਟ ਆ ਇਟ ਇਜ਼ ਈਜ਼ੀ ਡੈਸ਼ ਮੇਕ ਮਿਸਟੇਕ, ਟੂ ਮੇਕ ਮਿਸਟੇਕ, ਸੋ ਦੇਖੋ ਜੀ ਇੱਥੇ ਤੁਹਾਡੀ 12 ਨੰਬਰ ਦੀ ਗ੍ਰਾਮਰ ਵੀ ਹੋ ਗਈ। ਸੋ ਅਸੀਂ ਤੁਹਾਨੂੰ 80/80 ਦਾ ਪੇਪਰ ਸਾਰਾ ਕਰਾਉਂਗੇ, ਐਂਡ ਤੱਕ ਬਣੇ ਰਹੋ ਬਸ। ਹੁਣ ਤੁਸੀਂ ਇੱਥੋਂ ਦੀ ਕੀ ਕਰਨੀ ਹੈ, ਇੱਕ ਲੈਟਰ ਕਰਾਉਂਗੇ, ਥੱਲੇ ਤੁਹਾਨੂੰ ਇੱਕ ਪਿਕਨਿਕ ਕਰਾਉਂਗੇ, ਠੀਕ ਆ। 13ਵੇਂ ਕੁਐਸਚਨ 'ਚੋਂ 14ਵੇਂ ਦੇ ਵਿੱਚੋਂ ਤੁਹਾਨੂੰ ਕਰਾਉਂਗੇ ਆਹ ਲੈਟਰ, ਸੌਰੀ ਡਾਇਲੋਗ। ਹੁਣ ਆ ਜੋ ਆਪਣੇ ਕੋਲ ਜਿਹੜੇ ਟ੍ਰਾਂਸਲੇਸ਼ਨ ਹੈ ਇਹਨਾਂ ਦੇ ਉੱਤੇ, ਠੀਕ ਆ। ਸੋ ਇਹ ਤੁਹਾਨੂੰ ਦੇਖੋ ਤੁਸੀਂ ਲਿਖੋਗੇ ਹਿਜ਼ ਸਿਸਟਰ ਇਜ਼ ਵੈਰੀ ਵਾਈਜ਼, ਉਸ ਦੀ ਭੈਣ ਬਹੁਤ ਚਲਾਕ ਹੈ। ਚਲੋ ਹੁਣ ਇੱਕ ਇੱਕ ਕਰਕੇ ਕਰ ਲੈਂਦੇ ਫਿਰ ਸਾਰੀਆਂ ਚੀਜ਼ਾਂ ਇਕੱਠੇ ਹੀ। ਸੋ ਹਿਜ਼ ਸਿਸਟਰ ਇਜ਼ ਵੈਰੀ ਵਾਈਜ਼,
ਉਸ ਦੀ ਭੈਣ ਬੜੀ ਸਮਝਦਾਰ ਹੈ। ਬੜੀ ਭੈਣ बड़ी की है समझदार है। ठीक है, नेक्स्ट देखोगे सेकंड माई टीचर है चेकड द नोटबुक। मेरे अध्यापक ने कापी चेक की। कापी चेक की। ठीक, ये भी हो गया अपने को डन। लास्ट है द बॉयज़ हैव नॉट ब्रोकन द चेयर। मुंडिया ने इधर लिखोगे तो ही मुंडिया ने, एक मिनट, मुंडिया ने कुर्सी नहीं तोड़ी। ठीक है, ये हो गए 3 अपने को ਇਹ। सो ਹੁਣ ਇੱਥੇ ਲਾਸਟ ਆਪਣੇ ਕੋਲ ਹੈਗੇ ਆ, ਇਹਨਾਂ ਨੂੰ ਵੀ ਕਰਦੇ ਆ। ਵਿਦਿਆਰਥੀ ਪੜ੍ਹ ਰਹੇ ਹੋਣਗੇ। ਦ ਸਟੂਡੈਂਟਸ ਵਿਲ ਬੀ ਸਟੱਡਿੰਗ। द स्टूडेंट्स विल बी स्टडिंग। ठीक है, फिर हैगा आ कदे झूठ ना बोलो। नैवर टेल अ लाई। ठीक है, लास्ट मैं अपना जन्मदिन मनाया। आई सेलिब्रेटेड माई बर्थडे। ठीक है जी, बर्थडे। सो हुण बचे हुए जिहड़ी 3 चीज़ां इत्थे आपां छड्डियां होए फटाफट कर लईए। लैटर इस प्रकार लिखी जाएगी। 13 मॉडल टाउन लुधियाना। ये सारी हैडिंग तुहानूं तुहाडे क्वेश्चन पेपर विच दित्ती गई आ, उस अकॉर्डिंग असीं लैटर लिखवाई है तुहानूं। 13 मॉडल टाउन लुधियाना, डेट तुसीं पा देनी है। ठीक है, माई डियर फ्रेंड का नाम लिख लो मोहन। ठीक, नैक्सट देखो की कहते, एक मिनट। I hope you are doing well. I am writing to inform you that my brother's marriage is going to take place on date तुसीं आप मैंशन करनी है। ठीक है, ये तुहाडे लई छड्डिया। It will be held at our residence in Model Town लुधियाना। फिर अपने कोल हैगा आ कि I would be very happy if you could join us on this special occasion and bless the couple. Your presence will make the celebration more joyful. सो फिर तुहाडे कोल लास्ट यह लाइन आया, कहंदा प्लीज़ डू लैट मी नो इफ़ यू विल बी एबल टू कम। लुकिंग फॉरवर्ड टू सीइंग यू सून। ठीक है, सो ये बहुत वधिया ते सोहणे तरीके नाल तुहानूं बहुत सौखी लैटर लिखवाई है। बुक तो थोड़ी जी डिफरेंट कराई ताकि तुसीं याद कर सको। फिर जो तुसीं इत्थे लिख देना लुकिंग फॉरवर्ड सी यू सून। फिर लिख देना बेस्ट विशेज़ योर सिंसीयरली। सिंसीयर द स्पैलिंग आप लिख के भी जरूर लिखा करो, सिंसीयरली। ठीक है, फिर योर नेम जो कि उहदे विच मैंशन सीगा अभिषेक, तो वह लिखता। ठीक है, फिर हैगा पिकनिक। मैं तुहानूं क्या ही करवाऊँगा, तो देखो लास्ट संडे वी वेंट ऑन अ पिकनिक टू रोज़ गार्डन। द वेदर वॉज वेरी प्लेजेंट एंड द सन वॉज शाइनिंग ब्राइटली। वी पैक्ड सैंडविचेज, फ्रूट एंड कोल्ड ड्रिंक for the trip. on the reaching the garden we played games। ठीक है जी, liked cricket and badminton and some of us took a walk to enjoy the beautiful flowers। we also clicked many photographs to capture the memories after having our lunch। ठीक है, आफ्टर हैविंग लंच अंडर द शेड ऑफ अ बिग ट्री वी सैंग सॉन्ग एंड शेयर्ड जोक। इट वॉज वेरी इंजॉयबल मैमोरेबल डे विद अवर फैमिली एंड फ्रेंड्स। सो यह सीगी एक पिकनिक दी निक्की जही तुसीं लिख सकते हो ऐसे। एंड द लास्ट थिंग इज़ दिस डायलॉग बॉक्स। ठीक है, सो आओ इनू करिए। देखो सेंट रविदास ने की किया, यू शुड सेट फ्री दैट डियर हंटर बट वाई। सेंट रविदास, वी ऑल आर द चिल्ड्रन ऑफ द सेम गॉड द हंटर। वट डज इट मीन। सेंट रविदास, गॉड इज़ एवरीवेयर, गॉड इज़ इन एवरी वन। हंटर की कहता, फिर कहता वट शुड वी डू दैन, सानू की करना चाहिए है। संत रविदास, वी शुड लव एवरी क्रिएचर लिविंग ऑन दिस अर्थ। सानू हर उस क्रिएचर ना, हर उस जीव ना प्यार करना चाहिए जो इस धरती पर है। द हंटर, आई अंडरस्टैंड योर वर्ड्स प्लीज़ गाइड मी फरदर। मैं तुहाडे जिहड़े आ शब्दां नूं समझिया ते तुसीं मैनूं अगे भी इस प्रकार प्रेरित करो, मैनूं गाइड करो, मैनूं सही रास्ते पाउण वास्ते मेरे सिखलाई दो। सेंट रविदास, वी शुड ब्रिंग पीस, वी शुड नैवर कॉज पेन टू एनी वन। ठीक है, द हंटर कहंदा
ਆਈ ਐਮ ਸੌਰੀ, ਮੈਨੂੰ ਮਾफ़ ਕਰ ਦਿਓ। ਆਈ ਵਿਲ ਫੋਲੋ ਯੋਰ ਵਰਡਸ ਨਾਓ, ਮੈਂ ਹੁਣ ਤੁਹਾਡੇ ਸ਼ਬਦਾਂ ਅੱਗੇ ਮਤਲਬ ਉਹਨਾਂ ਦੀ ਆਗਿਆ ਦੀ ਪਾਲਣਾ ਕਰੂੰਗਾ। ਸੋ ਪੇਪਰ ਹੋਇਆ ਇੱਥੇ ਕੰਪਲੀਟ। ਮਿਲਦੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਬਾਏ ਸਟੂਡੈਂਟਸ, ਆਲ ਦ ਬੈਸਟ।